ਹੈਲੋ ਗਾਇਸ, ਵੈਲਕਮ ਟੂ ਮਾਈ ਚੈਨਲ। ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਇਲਸ ਦੇ ਬਾਰੇ ਕੰਪਲੀਟ ਜਾਣਕਾਰੀ ਦੇਵਾਂਗੀ ਕਿ ਆਇਲਸ ਕੀ ਹੈ ਤੇ ਇਹਦੇ ਵਿੱਚ ਕਿੰਨੇ ਮੋਡਿਊਲਸ ਹਨ। ਜਿਵੇਂ ਕਿ ਤੁਸੀਂ ਆਪਣੇ ਪੰਜਾਬ ਸਟੇਟ ਦੇ ਵਿੱਚ ਦੇਖਿਆ ਹੀ ਹੈ ਕਿ +2 ਤੋਂ ਬਾਅਦ ਬੱਚਿਆਂ ਦੇ ਵਿੱਚ ਬਾਹਰ ਜਾ ਕੇ ਸਟੱਡੀ ਕਰਨ ਦਾ ਰੁਝਾਨ ਹੈ, ਜਿਵੇਂ ਕਿ ਉਹ ਕੈਨੇਡਾ, ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਵਿੱਚ ਜਾ ਕੇ ਆਪਣੀ ਸਟੱਡੀ ਕੰਟੀਨਿਊ ਕਰਨਾ ਚਾਹੁੰਦੇ ਨੇ। ਤਾਂ ਇਹਦੇ ਲਈ ਇੱਕ ਆਇਲਸ ਟੈਸਟ ਹੈ ਜਿਹੜਾ ਕਿ ਆਪਾਂ ਕਲੀਅਰ ਕਰਨਾ ਹੁੰਦਾ ਹੈ ਤੇ ਉਹਦੇ ਵਿੱਚ ਬੈਂਡ ਸਕੋਰ ਲੈਣੇ ਹੁੰਦੇ ਨੇ ਤਾਂ ਜੋ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਜਾ ਕੇ ਆਪਣੀ ਸਟੱਡੀ ਨੂੰ ਪੂਰੀ ਕਰ ਸਕੀਏ। ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਇਲਸ ਕੀ ਹੈ। ਕਈ ਬੱਚਿਆਂ ਨੂੰ ਤਾਂ ਇਸ ਦੀ ਫੁੱਲ ਫਾਰਮ ਬਾਰੇ ਵੀ ਪਤਾ ਨਹੀਂ ਹੁੰਦਾ। ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੀ ਕਿ ਇਹਦੀ ਫੁੱਲ ਫਾਰਮ ਕੀ ਹੈ। ਇੰਟਰਨੈਸ਼ਨਲ English language testing system। ਆਇਲਸ ਤੋਂ ਬਿਨਾਂ ਹੋਰ ਵੀ ਕਈ ਸਾਰੇ ਟੈਸਟ ਚੱਲ ਰਹੇ ਨੇ ਜਿਨ੍ਹਾਂ ਦੀ ਹੈਲਪ ਨਾਲ ਅਸੀਂ ਦੂਜੇ ਕੰਟਰੀਜ਼ ਦੇ ਵਿੱਚ ਜਾ ਕੇ ਆਪਣੀ ਸਟੱਡੀ ਕਰ ਸਕਦੇ ਹਾਂ, ਜਿਵੇਂ PT ਐਂਡ ਇਸ ਤੋਂ ਬਿਨਾਂ ਕੰਪਿਊਟਰ ਬੇਸਡ ਆਇਲਸ ਟੈਸਟ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ। ਪਰ ਮੈਂ ਤੁਹਾਨੂੰ ਇਹਦੇ ਵਿੱਚ ਪੈਨ ਐਂਡ ਪੇਪਰ ਬੇਸਡ ਆਇਲਸ ਦੇ ਬਾਰੇ ਹੀ ਦੱਸਾਂਗੀ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਆਇਲਸ ਦੇ ਵਿੱਚ ਟੋਟਲ ਕਿੰਨੇ ਮੋਡਿਊਲਸ ਹੁੰਦੇ ਨੇ। ਇਹਦੇ ਵਿੱਚ ਟੋਟਲ 4 ਮੋਡਿਊਲਸ ਹੁੰਦੇ ਨੇ। ਫਸਟ ਸਪੀਕਿੰਗ, reading, listening, and writing। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਸਪੀਕਿੰਗ ਦੇ ਵਿੱਚ ਕੀ ਕੁਛ ਹੁੰਦਾ ਹੈ, ਰੀਡਿੰਗ ਦੇ ਵਿੱਚ ਕਿਸ ਟਾਈਪ ਦੇ ਕੁਐਸਚਨਸ ਹੁੰਦੇ ਨੇ, ਸਿਮਿਲਰਲੀ ਲਿਸਨਿੰਗ ਦੇ ਵਿੱਚ ਕਿਸ ਟਾਈਪ ਦੇ ਕੁਐਸਚਨ ਹੁੰਦੇ ਨੇ, ਐਂਡ ਐਵੇਂ ਰਾਈਟਿੰਗ ਦੇ ਵਿੱਚ ਕਿਹੜੇ ਟਾਸਕ ਹੁੰਦੇ ਨੇ ਜਿਹੜੇ ਆਪਾਂ ਲਿਖਣੇ ਹੁੰਦੇ ਨੇ। ਇੱਥੇ ਮੈਂ ਤੁਹਾਨੂੰ ਦੱਸਦਾ ਕਿ ਐਕੈਡੈਮਿਕ ਤੇ ਜਰਨਲ 2 ਟਾਈਪ ਦੀ ਆਇਲਸ ਬੱਚੇ ਕਰਦੇ ਨੇ। ਜਿਹੜੀ ਐਕੈਡੈਮਿਕ ਦੀ ਆਇਲਸ ਹੈ ਉਹ ਬੱਚੇ ਉੱਥੇ ਆਪਣੀ ਸਟੱਡੀ ਨੂੰ ਕੰਟੀਨਿਊ ਕਰਨ ਲਈ ਰੱਖਦੇ ਨੇ, ਤੇ ਜਿਹੜੀ ਜਰਨਲ ਦੀ ਆਇਲਸ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਕਈ ਲੋਕ ਉੱਥੇ ਆਪਣੇ ਵਰਕ ਐਕਸਪੀਰੀਅੰਸ ਤੋਂ ਬਾਅਦ ਉੱਥੇ ਵਰਕ ਪਰਮਿਟ ਪ੍ਰਾਪਤ ਕਰਨਾ ਚਾਹੁੰਦੇ ਨੇ, ਤੇ ਕਈ ਚਾਹੁੰਦੇ ਨੇ ਕਿ ਉੱਥੋਂ ਦੀ PR ਲਈ ਜਾਵੇ, ਉਹਨੇ ਬੈਂਡ ਸਕੋਰ ਲੈ ਜਾਣ ਤਾਂ ਜੋ ਸਾਨੂੰ ਉੱਥੇ ਜਾ ਕੇ ਰਹਿਣਾ ਆਸਾਨ ਹੋ ਜਾਵੇ। ਤਾਂ ਮੈਂ ਤੁਹਾਨੂੰ ਇਸ ਵਿੱਚ ਦੋਨਾਂ ਬਾਰੇ ਦੱਸਾਂਗੀ। ਦੋਨਾਂ ਦੇ ਵਿੱਚ ਕੁਝ ਖਾਸ ਡਿਫਰੈਂਸ ਨਹੀਂ ਹੈ, ਬਸ ਇੱਕ ਰੀਡਿੰਗ ਤੇ ਰਾਈਟਿੰਗ ਮੋਡਿਊਲ ਦੇ ਵਿੱਚ ਥੋੜ੍ਹਾ ਬਹੁਤ ਡਿਫਰੈਂਸ ਹੈ, ਉਹ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦੇਵਾਂਗੀ। ਹੁਣ ਆਪਾਂ ਬਰੀਫਲੀ ਇਹਨਾਂ ਬਾਰੇ ਡਿਸਕਸ ਕਰਦੇ ਹਾਂ। ਸਪੀਕਿੰਗ, ਜਿਹੜੀ ਕਿ ਐਗਜ਼ਾਮ ਦੇ ਵਿੱਚ ਸਪੀਕਿੰਗ ਹੁੰਦੀ ਆ ਉਹ ਮੈਕਸੀਮਮ ਉੱਥੇ 15 ਮਿੰਟ ਦੀ ਹੁੰਦੀ ਹੈ। ਕਈ ਵਾਰ ਕਈ ਐਗਜ਼ਾਮੀਨਰ ਇਸ ਤੋਂ ਵੱਧ ਵੀ ਸਪੀਕਿੰਗ ਲੈ ਲੈਂਦੇ ਨੇ, ਕਈ ਇਸ ਤੋਂ ਘੱਟ ਵੀ। ਇਹ 3 ਪਾਰਟਸ ਦੇ ਵਿੱਚ ਹੁੰਦੀ ਹੈ, ਫਸਟ, ਸੈਕਿੰਡ ਐਂਡ ਥਰਡ। ਫਸਟ ਪਾਰਟ ਦੇ ਵਿੱਚ ਉਹ ਤੁਹਾਡੇ ਤੋਂ ਇੰਟਰੋ ਕੁਐਸਚਨਸ ਪੁੱਛਦੇ ਆ, ਜਿਹਦੇ ਵਿੱਚ ਉਹ ਪੁੱਛਦੇ ਆ ਮੇ ਆਈ ਨੋ ਯੂਰ ਫੁੱਲ ਨੇਮ, ਹਾਊ ਮੇ ਆਈ ਕਾਲ ਯੂ, ਵੇਅਰ ਡੂ ਯੂ ਕਮ ਫਰੋਮ, ਐਂਡ ਅਬਾਊਟ ਯੂਰ ਕੁਆਲੀਫਿਕੇਸ਼ਨ, ਅਬਾਊਟ ਯੂਰ ਹੋਮ ਟਾਊਨ, ਅਬਾਊਟ ਯੂਰ ਲਾਈਕ ਡਿਸਲਾਈਕ। ਸਮ ਜਰਨਲ ਕੁਐਸਚਨਸ ਨੇ ਜਿਹੜੇ ਕਿ ਪਾਰਟ 1 ਦੇ ਵਿੱਚ ਆਉਂਦੇ ਨੇ। ਪਾਰਟ 2 ਦੇ ਵਿੱਚ ਉਹ ਤੁਹਾਨੂੰ ਇੱਕ ਟੌਪਿਕ ਦਿੰਦੇ ਨੇ ਜਿਹਨੂੰ ਆਪਾਂ ਬੋਲਦੇ ਹਾਂ ਕਿਊ ਕਾਰਡ। ਉਹ ਤੁਹਾਨੂੰ ਇੱਕ ਟੌਪਿਕ ਦੇ ਦਿੰਦੇ ਨੇ, ਜਿਵੇਂ ਕਿ ਟਾਕ ਅਬਾਊਟ ਯੂਰ ਫੇਵਰਟ ਸਿੰਗਰ। ਤਾਂ ਉਹਦੇ ਨੀਚੇ ਉਹ ਤੁਹਾਨੂੰ 3 ਜਾਂ 4 ਕੀ ਕੁਐਸਚਨਸ ਦੇ ਦਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਆਨਸਰ ਕਰਨਾ ਹੁੰਦਾ ਆ, ਤੇ ਉਹ ਤੁਹਾਨੂੰ ਉੱਥੇ 1 ਮਿੰਟ ਦਿੰਦੇ ਨੇਗੇ ਨੋਟਸ ਨੂੰ ਪ੍ਰਪੇਅਰ ਕਰਨ ਦੇ ਲਈ, ਐਂਡ ਤੁਸੀਂ ਉੱਥੇ 2 ਮਿੰਟ ਘੱਟੋ ਘੱਟ ਆਪਣਾ ਕਿਊ ਕਾਰਡ ਹੈ ਜੋ ਉਹ ਬੋਲਣਾ ਹੁੰਦਾ ਆ। ਤੇ ਥਰਡ ਪਾਰਟਸ ਦੇ ਵਿੱਚ ਆ ਜਾਂਦੇ ਨੇ ਫੋਲੋ ਅਪਸ।
ਇਹ ਕੁਐਸਚਨਸ ਹੁੰਦੇ ਨੇ ਜਿਹੜੇ ਕਿ ਕਿਊ ਕਾਰਡ ਦੇ ਨਾਲ ਰਿਲੇਟਡ ਹੁੰਦੇ ਨੇ। ਜਿਵੇਂ ਤਾਂ ਤੁਸੀਂ ਕਿਊ ਕਾਰਡ ਬੋਲਿਆ ਹੁੰਦਾ ਕਈ ਵਾਰ ਤਾਂ ਉਹਦੇ ਵਿੱਚੋਂ ਹੀ ਕੁਝ ਕੁਐਸਚਨਸ ਪੁੱਛ ਲਏ ਜਾਂਦੇ ਨੇ, ਬਾਕੀ ਮੋਸਟ ਆਫ ਦੀ ਟਾਈਮ ਇਹ ਇਹਦੇ ਨਾਲ ਰਿਲੇਟਡ ਹੀ ਹੁੰਦੇ ਨੇਗੇ। ਜਿਹੜੇ ਇੰਟਰੋ ਕੁਐਸਚਨਸ ਨੇ ਇਹ ਕਦੇ ਵੀ ਆਪਾਂ ਡਾਇਰੈਕਟ ਪੁਆਇੰਟ ਟੂ ਪੁਆਇੰਟ ਆਨਸਰ ਨਹੀਂ ਦੇਣਾ ਹੁੰਦਾ, ਥੋੜ੍ਹਾ ਜਿਹਾ ਇਹਦੇ ਵਿੱਚ ਰੀਜ਼ਨ ਵੀ ਦੇਣਾ ਹੁੰਦਾ ਹੈ ਕਿ ਜਿਵੇਂ ਕਿ ਵਾਟ ਇਜ਼ ਯੂਅਰ ਫੇਵਰੇਟ ਫਰੂਟ, ਮੋਸਟ ਆਫ ਦੀ ਸਟੂਡੈਂਟ ਕਹਿ ਦਿੰਦੇ ਨੇ ਮਾਈ ਫੇਵਰੇਟ ਫਰੂਟ ਇਜ਼ ਐਪਲ। ਤਾਂ ਇੱਥੇ ਤੁਸੀਂ ਸਿੰਪਲ ਪੁਆਇੰਟ ਟੂ ਪੁਆਇੰਟ ਆਨਸਰ ਨਹੀਂ ਦੇਣਾ, ਤੁਸੀਂ ਇੱਥੇ ਥੋੜ੍ਹਾ ਜਿਹਾ ਇਨਡਾਇਰੈਕਟ ਵੇ ਨਾਲ ਆਨਸਰ ਦੇਣੇ ਹੁੰਦੇ ਨੇ ਕੁਐਸਚਨ ਦੇ। ਜਿਵੇਂ ਕਿ ਕਹਿ ਸਕਦੇ ਹਾਂ ਵੈਲ ਦੇਅਰ ਆਰ ਲੋਟ ਆਫ ਫਰੂਟਸ ਵਿਚ ਆਰ ਅਵੇਲੇਬਲ in my states or in my region but my favorite one is apple। ਫਿਰ ਤੁਸੀਂ ਉਹਦਾ ਰੀਜ਼ਨ ਵੀ ਦੱਸਣਾ ਕਿਉਂ ਐਪਲ ਤੁਹਾਨੂੰ ਪਸੰਦ ਹੈ, ਬਿਕੋਜ਼ ਇਟ ਇਜ਼ ਅਵੇਲੇਬਲ ਇਨ ਆਲ ਦ ਸੀਜ਼ਨਸ, ਤੁਸੀਂ ਐਵੇਂ ਕਹਿ ਸਕਦੇ ਹੋ। ਤਾਂ ਇਹ ਕੁਐਸਚਨ ਤੁਸੀਂ 2 to 3 ਲਾਈਨਸ ਦੇ ਵਿੱਚ ਇਹਦਾ ਆਨਸਰ ਹੈ ਜਿਹੜਾ ਉਹ ਦੇਣਾ ਹੁੰਦਾ ਹੈ ਇੰਪ੍ਰੈਸਿਵ ਵੇ ਦੇ ਵਿੱਚ ਸਪੀਕਿੰਗ ਦੇਣ ਦੇ ਲਈ। ਅਤੇ ਐਵੇਂ ਫੋਲੋ ਅਪਸ ਦੇ ਕੁਐਸਚਨਸ ਵੀ ਤੁਹਾਨੂੰ ਇਨਡਾਇਰੈਕਟ ਵੇ ਦੇ ਵਿੱਚ ਦੇਣੇ ਹੁੰਦੇ ਨੇ, ਥੋੜ੍ਹੇ ਜਿਹੇ ਵਧਾ ਚੜ੍ਹਾ ਕੇ ਕਹਿ ਦਿੰਦੇ ਹਾਂ ਜਿਹਨੂੰ ਆਪਾਂ ਸਰਲ ਭਾਸ਼ਾ ਦੇ ਵਿੱਚ। ਇਹ ਤੁਸੀਂ ਘੱਟੋ ਘੱਟ 3 ਤੋਂ 4 ਲਾਈਨਸ ਦੇ ਇਹਦੇ ਆਨਸਰਸ ਨੇ ਜਿਹੜੇ ਉਹ ਦੇਣੇ ਹੁੰਦੇ ਨੇ ਐਗਜ਼ਾਮ ਦੇ ਵਿੱਚ। ਅਤੇ ਉਹ ਇਹਨਾਂ ਤਿੰਨਾਂ ਸੈਕਸ਼ਨਸ ਦੇ ਬਿਹਾਫ 'ਤੇ ਹੀ ਤੁਹਾਨੂੰ ਜੱਜ ਕਰ ਦੇਣਗੇ ਕਿ ਤੁਹਾਨੂੰ ਐਗਜ਼ਾਮ ਦੇ ਵਿੱਚੋਂ ਸਪੀਕਿੰਗ ਦੇ ਵਿੱਚੋਂ ਕਿੰਨੇ ਬੈਂਡ ਸਕੋਰ ਦੇਣੇ ਨੇ। ਹੁਣ ਮੈਂ ਤੁਹਾਨੂੰ ਦੱਸਾਂਗੀ ਰੀਡਿੰਗ ਦੇ ਬਾਰੇ। ਰੀਡਿੰਗ ਦੇ ਵਿੱਚ ਟੋਟਲ 40 ਕੁਐਸਚਨਸ ਹੁੰਦੇ ਨੇ, ਚਾਹੇ ਉਹ ਫਿਰ ਰੀਡਿੰਗ ਐਕੈਡੈਮਿਕਸ ਦੀ ਹੋਵੇ ਚਾਹੇ ਜਰਨਲ ਦੀ ਹੋਵੇ। ਅਤੇ ਇਹਨੂੰ ਕਰਨ ਲਈ ਉੱਥੇ ਐਗਜ਼ਾਮ ਦੇ ਵਿੱਚ ਜਿਹੜਾ ਟਾਈਮ ਹੈ ਉਹ 60 ਮਿੰਟਸ ਦਾ ਮਿਲਦਾ, ਅਤੇ ਇਹਦੇ ਵਿੱਚ ਤੁਹਾਨੂੰ ਕੋਈ ਐਕਸਟਰਾ ਟਾਈਮ ਨਹੀਂ ਮਿਲਦਾ ਤੁਹਾਨੂੰ ਆਪਣੇ ਆਨਸਰਸ ਨੂੰ ਆਨਸਰ ਸ਼ੀਟ 'ਤੇ ਟ੍ਰਾਂਸਫਰ ਕਰਨ ਦੇ ਲਈ। 60 ਮਿੰਟ ਦੇ ਅੰਦਰ ਅੰਦਰ ਹੀ ਤੁਸੀਂ ਆਪਣੇ ਜਿਹੜੇ ਆਨਸਰਸ ਹੁੰਦੇ ਆ ਆਨਸਰ ਸ਼ੀਟ 'ਤੇ ਟ੍ਰਾਂਸਫਰ ਕਰਨੇ ਹੁੰਦੇ ਆ। ਹੁਣ ਇਹਦੇ ਵਿੱਚ ਕੁਐਸਚਨਸ ਕਿਹੜੇ ਆ ਜਾਂਦੇ ਨੇ, ਫਸਟ ਫਿਲਅਪਸ। ਜਿਵੇਂ ਕਿ ਤੁਸੀਂ 10th +2 ਦੇ ਵਿੱਚੋਂ ਪੈਰਾਗ੍ਰਾਫ ਦੇ ਵਿੱਚੋਂ ਕੁਐਸਚਨ ਲੱਭ ਕੇ ਕਰਦੇ ਸੀ ਨਾ, ਸਿਮਿਲਰ ਵੇ ਦੇ ਵਿੱਚ ਰੀਡਿੰਗ ਦੇ ਵਿੱਚ ਕੁਐਸਚਨਸ ਜਿਹੜੇ ਨੇ ਤੁਸੀਂ ਫਾਈਂਡ ਆਊਟ ਕਰਨੇ ਹੁੰਦੇ ਨੇ। ਇਹਦੇ ਵਿੱਚ 3 ਪੈਸੇजेस ਕੰਟੇਨ ਹੁੰਦੇ ਨੇ, ਹਰ ਇੱਕ ਪੈਸੇजेस ਦੇ ਵਿੱਚ 10, 11, 14 ਐਵੇਂ ਕਰਕੇ ਕੁਐਸਚਨਸ ਡਿਵਾਈਡ ਕੀਤੇ ਹੁੰਦੇ ਨੇ। ਇਹਦੇ ਵਿੱਚ ਫਿਲਅਪਸ ਆ ਜਾਂਦੇ ਨੇ, ਪੈਰੇ ਦੇ ਵਿੱਚੋਂ ਫਿਲਅਪਸ ਲੱਭਣੀਆਂ, ਫਿਲਅਪਸ ਦੇ ਕੁਐਸਚਨਸ ਦਿੱਤੇ ਹੋਣਗੇ। ਇੱਕ ਆ ਜਾਂਦਾ ਟਰੂ ਜਾਂ ਫਾਲਸ ਜਾਂ ਨਾਟ ਗਿਵਨ। ਕਈ ਵਾਰੀ ਇਹਦੀ ਜਗ੍ਹਾ 'ਤੇ ਯੈਸ, ਨੋ ਅਤੇ ਨਾਟ ਗਿਵਨ ਵੀ ਲਿਖਿਆ ਆ ਜਾਂਦਾ ਹੈ। ਇੱਥੇ ਤੁਸੀਂ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਹੈ, ਜੇ ਉਹਨਾਂ ਨੇ ਬੁਕਲੇਟ ਦੇ ਵਿੱਚ ਉੱਪਰ ਟਰੂ, ਫਾਲਸ, ਨਾਟ ਗਿਵਨ ਮੈਂਸ਼ਨ ਕੀਤਾ ਹੈ ਤਾਂ ਤੁਸੀਂ ਆਪਣੇ ਆਨਸਰਸ ਵੀ ਇਸੇ ਫਾਰਮ ਦੇ ਵਿੱਚ ਲਿਖਣੇ ਹੋਣਗੇ। ਅਗਰ ਉੱਪਰ ਟਰੂ, ਫਾਲਸ, ਨਾਟ ਗਿਵਨ ਮੈਂਸ਼ਨ ਕੀਤਾ ਹੈ ਤਾਂ ਤੁਸੀਂ ਨੀਚੇ ਆਨਸਰ ਯੈਸ, ਨੋ ਦੇ ਵਿੱਚ ਦੇ ਆਏ ਤਾਂ ਤੁਹਾਡੇ ਆਨਸਰ ਸਹੀ ਹੁੰਦੇ ਹੋਏ ਵੀ ਗਲਤ ਹੋਣਗੇ। ਥਰਡ ਇਹਦੇ ਵਿੱਚ ਆ ਜਾਂਦੇ ਨੇਗੇ ਹੈਡਿੰਗਸ ਚੂਜ਼ ਕਰਨੇ। ਪੈਰਾਗ੍ਰਾਫ A B C D ਬਣਾਏ ਹੁੰਦੇ ਨੇ, ਇੱਧਰ ਲਿਸਟ ਆਫ ਹੈਡਿੰਗਸ ਦਿੱਤੀ ਹੁੰਦੀ ਹੈਗੀ ਐਵੇਂ ਕਰਕੇ ਲਿਸਟ ਆਫ ਹੈਡਿੰਗਸ ਦਿੱਤੇ ਹੁੰਦੇ ਨੇ। ਆਪਾਂ ਪੈਰਾਗ੍ਰਾਫ ਪੜ੍ਹ ਕੇ ਇੱਧਰੋਂ ਚੂਜ਼ ਕਰਨਾ ਹੁੰਦਾ ਕਿ ਇਹਨੂੰ ਕਿਹੜਾ ਹੈਡਿੰਗ ਸੂਟ ਕਰ ਰਿਹਾ। ਫੋਰਥ ਇਹਦੇ ਵਿੱਚ ਆ ਜਾਂਦੀ ਹੈ ਮੈਚ ਦੀ ਇਨਫੋਰਮੇਸ਼ਨ। ਇਹਦੇ ਵਿੱਚ ਇੱਕ ਤਾਂ ਕੁਐਸਚਨਸ ਆ ਸਕਦੇ, ਕੁਐਸਚਨ ਲਿਖਿਆ ਹੁੰਦਾ ਕਿ ਇਹ ਕੁਐਸਚਨ ਕਿਹੜੇ ਪੈਰਾਗ੍ਰਾਫ ਦੇ ਵਿੱਚ ਹੈਗਾ। ਤਾਂ ਆਪਾਂ ਮੰਨ ਲਓ ਇਹ ਕੁਐਸਚਨ B ਦੇ ਵਿੱਚ ਆ ਤਾਂ B ਆਨਸਰ, ਤਾਂ ਇਸ ਟਾਈਪ ਦੇ ਕੁਐਸਚਨ ਆ ਜਾਂਦੇ ਨੇ। ਜਾਂ ਉੱਪਰ ਕੋਈ ਵੀ ਇਸ ਤੋਂ ਬਿਨਾਂ ਕੁਐਸਚਨ ਦਿੱਤਾ ਹੁੰਦਾ ਕਿ ਇਹ ਗੱਲ ਕਿਹੜੇ ਰਾਈਟਰ ਨੇ ਕਹੀ, ਰਾਈਟਰ ਦਾ ਬਾਕਸ ਬਣਾ ਕੇ ਦਿੱਤਾ ਹੁੰਦਾ A B C D ਕਰਕੇ ਰਾਈਟਰਸ ਦੇ ਨਾਮ ਲਿਖਣੇ ਹੁੰਦੇ, ਤਾਂ ਆਪਾਂ ਉਹ ਫਾਈਂਡ ਆਊਟ ਕਰਕੇ ਅਤੇ ਰਾਈਟਰਸ ਦਾ ਨਾਮ ਲਿਖਣਾ ਹੁੰਦਾ ਆ। ਮੋਸਟ ਆਫ ਦੀ ਇਹੋ ਜਿਹੇ ਕੁਐਸਚਨਸ ਹੁੰਦੇ ਨੇ ਜਿਹੜੇ ਕਿ ਰੀਡਿੰਗ ਦੇ ਵਿੱਚ ਆਉਂਦੇ ਨੇ। ਅਤੇ ਜਰਨਲ ਦੀ ਰੀਡਿੰਗ ਦੇ ਵਿੱਚ ਪਹਿਲੇ 2 ਪੈਸੇजेस ਹੁੰਦੇ ਨੇ ਉਹ ਸ਼ਾਰਟ ਹੁੰਦੇ ਨੇ, ਜਦਕਿ ਐਕੈਡੈਮਿਕਸ ਦੇ ਵਿੱਚ ਤਿੰਨੋਂ ਪੈਸੇजेस ਦੀ ਲੈਂਥ ਲੌਂਗ ਹੁੰਦੀ ਹੈ। ਅਤੇ ਜਰਨਲ ਦੇ ਵਿੱਚ ਜਿਹੜਾ ਲਾਸਟ ਵਾਲਾ ਪੈਸੇਜ ਆ ਉਹ ਐਕੈਡੈਮਿਕ ਦੀ ਤਰ੍ਹਾਂ ਲੌਂਗ ਹੁੰਦਾ ਆ। ਬਸ ਇਹਨਾਂ ਦੇ ਵਿੱਚ ਬੈਂਡ ਸਕੋਰ ਨੇ ਜਿਹੜੇ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਹੁੰਦਾ। ਜਿਵੇਂ ਐਕੈਡੈਮਿਕ ਦੀ ਰੀਡਿੰਗ ਦੇ ਵਿੱਚ ਅਗਰ ਤੁਹਾਡੇ 23 ਕੁਐਸਚਨ ਸਹੀ ਨੇ ਤਾਂ ਤੁਹਾਡੇ 6 ਬੈਂਡ ਬਣ ਜਾਂਦੇ ਨੇ, ਪਰ ਜਰਨਲ ਦੇ ਵਿੱਚ ਤੁਹਾਨੂੰ 6 ਬੈਂਡ ਲੈਣ ਲਈ ਪੂਰੇ 30 ਕੁਐਸਚਨਸ ਨੇ ਜਿਹੜੇ ਉਹ
ਕਰੈਕਟ ਕਰਨੇ ਹੋਣਗੇ। ਸੋ ਇਹੀ ਥੋੜਾ ਜਿਹਾ ਡਿਫਰੈਂਸ ਹੈ ਐਕੈਡੈਮਿਕ ਤੇ ਜਰਨਲ ਦੀ ਰੀਡਿੰਗ ਦੇ ਵਿੱਚ। ਹੁਣ ਮੈਂ ਤੁਹਾਨੂੰ ਲਿਸਨਿੰਗ ਦੇ ਬਾਰੇ ਦੱਸਾਂਗੀ। ਲਿਸਨਿੰਗ ਹੈ ਜਿਹੜੀ ਐਗਜ਼ਾਮ ਦੇ ਵਿੱਚ 40 ਮਿੰਟ ਦੀ ਟੋਟਲ ਹੁੰਦੀ ਹੈ। ਇਹਦੇ ਵਿੱਚੋਂ 30 ਮਿੰਟ ਇਹ ਆਡੀਓ ਪਲੇ ਹੁੰਦੀ ਹੈ ਤੇ 10 ਮਿੰਟ ਤੁਹਾਨੂੰ ਐਕਸਟਰਾ ਮਿਲਦੇ ਨੇ ਆਨਸਰਸ ਨੂੰ ਆਨਸਰ ਸ਼ੀਟ ਤੇ ਟ੍ਰਾਂਸਫਰ ਕਰਨ ਦੇ ਲਈ। ਹੁਣ ਇਹਦੇ ਵਿੱਚ ਕਿਸ ਟਾਈਪ ਦੇ ਕੁਐਸਚਨਸ ਨੇ, ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਪੈਟਰਨ ਦੇ ਵਿੱਚ ਕੁਝ ਚੇਂਜਸ ਆ ਗਏ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੋਏਗਾ ਕਿ ਹੁਣ ਕੀ ਹੈ, ਲਿਸਨਿੰਗ ਦੇ ਵਿੱਚ ਪਹਿਲਾਂ ਜਿਵੇਂ ਐਗਜ਼ਾਮਪਲ ਆਉਂਦੀ ਸੀ, ਹੁਣ ਇਹਦੇ ਵਿੱਚ ਐਗਜ਼ਾਮਪਲ ਨਹੀਂ ਆਉਂਦੀ। ਕੰਟੀਨਿਊ ਇਹਦੇ ਵਿੱਚ 40 ਕੁਐਸਚਨਸ ਚੱਲਦੇ ਨੇ। ਇਹਦੇ ਵਿੱਚ ਵੀ ਕੀ ਆ ਜਾਂਦਾ, ਫਿਲਅਪਸ, ਜਿਵੇਂ ਦੋ ਜਣਿਆਂ ਦੀ ਕਨਵਰਸੇਸ਼ਨ ਚੱਲ ਰਹੀ ਹੁੰਦੀ ਆ, ਮੰਨ ਲਓ ਉਹਨਾਂ ਨੇ ਕੋਈ ਕੰਪਲੇਂਟ ਲਿਖਾਉਣੀ ਆ ਤਾਂ ਉਹਨਾਂ ਦਾ ਜਿਵੇਂ ਪੁੱਛਦੇ ਨੇ ਨੇਮ, ਕਨਵਰਸੇਸ਼ਨ ਤੋਂ ਹੀ ਆਪਾਂ ਨੇਮ ਲਿਖਣਾ ਹੁੰਦਾ, ਐਡਰੈਸ, ਫੋਨ ਨੰਬਰ, ਪਿਨ ਕੋਡ, ਇਹ ਚੱਲ ਰਿਹਾ ਹੁੰਦਾ। ਤੇ ਇਹਦੇ ਵਿੱਚ ਆ ਜਾਂਦੇ ਨੇਗੇ MCQs, ਮਲਟੀਪਲ ਚੋਇਸ ਕੁਐਸਚਨ, ਜਿਵੇਂ ਕਿ ਕੋਈ ਕੁਐਸਚਨ ਦਿੱਤਾ ਹੁੰਦਾ ਉਹਦੇ ਆਪਸ਼ਨਸ ਦਿੱਤੇ ਹੁੰਦੇ ਨੇ, ਆਪਾਂ ਸੁਣ ਕੇ ਲਗਾਉਣਾ ਹੁੰਦਾ ਹੈ ਕਿ ਕਿਹੜਾ ਆਪਸ਼ਨ ਸਹੀ ਹੈ। ਤੇ ਇਹਦੇ ਵਿੱਚ ਵੀ ਆ ਜਾਂਦੀ ਹੈ ਮੈਚ ਦੀ ਇਨਫੋਰਮੇਸ਼ਨ, ਇਹਦੇ ਵਿੱਚ ਵੀ ਉੱਪਰ ਰਾਈਟਰਸ ਦੇ ਨਾਂ ਕਰਕੇ ਕਈ ਵਾਰ ਕੁਐਸਚਨ ਛੋਟੇ ਛੋਟੇ ਦਿੱਤੇ ਹੁੰਦੇ ਨੇ। ਤੇ ਫੋਰਥ ਇਹਦੇ ਵਿੱਚ ਆ ਜਾਂਦਾ ਮੈਪ, ਕਿਸੇ ਚੀਜ਼ ਦਾ ਸਟਰਕਚਰ ਦਿੱਤਾ ਹੁੰਦਾ, ਆਪਾਂ ਆਡੀਓ ਸੁਣ ਕੇ ਉਹਦੇ ਵਿੱਚ ਆਨਸਰਸ ਲਗਾਉਣੇ ਹੁੰਦੇ ਨੇ। ਮੰਨ ਲਓ ਕਿ ਇੱਥੋਂ ਸਟਾਰਟ ਹੋ ਰਿਹਾ, ਜਿਵੇਂ ਆਪਾਂ ਮੰਨ ਲਈਏ ਪੰਜਾਬੀ ਦੇ ਵਿੱਚ ਇੱਥੋਂ ਗਲੀ ਦੇ ਵਿੱਚ ਐਂਟਰ ਹੋ ਰਿਹਾ, ਇੱਥੇ ਜਾ ਕੇ ਤੁਹਾਡੀ ਗਲੀ ਦੇ ਵਿੱਚ ਜਿਵੇਂ ਕਿਸੇ ਬਾਣੀਏ ਦੀ ਦੁਕਾਨ ਹੋਵੇ, ਠੀਕ ਹੈ, ਤਾਂ ਉਹ ਤੋਂ ਅੱਗੇ ਜਾ ਕੇ ਇੱਥੇ ਜੇ ਕੀ ਹੈ ਇੱਕ ਸੁਪਰ ਮਾਲ, ਤਾਂ ਇੱਥੇ ਸੁਪਰ ਮਾਲ ਲਿਖ ਦਾਂਗੇ। ਤੇ ਉਹਦੇ ਇੱਧਰ ਸਾਈਡ ਕੀ ਹੈਗੀ, ਮੰਨ ਲਓ ਫੂਡ ਮਾਰਕੀਟ, ਤਾਂ ਇੱਥੇ ਇਹਦਾ ਆਨਸਰ ਕੀ ਆ ਜਾਏਗਾ, ਫੂਡ ਮਾਰਕੀਟ। ਐਵੇਂ ਦਾ ਇੱਕ ਮੈਪ ਆ ਜਾਂਦਾ ਇਹਦੇ ਵਿੱਚ। ਤਾਂ ਇਸ ਟਾਈਪ ਦੇ ਕੁਐਸਚਨਸ ਨੇ ਜਿਹੜੇ ਲਿਸਨਿੰਗ ਦੇ ਵਿੱਚ ਹੁੰਦੇ ਨੇ। ਮੈਂ ਤੁਹਾਨੂੰ ਇੱਥੇ ਦੱਸਦਾ, ਸ਼ਾਇਦ ਮੈਂ ਰੀਡਿੰਗ ਦੇ ਵਿੱਚ ਤੁਹਾਨੂੰ MCQ ਬਾਰੇ ਦੱਸਣਾ ਭੁੱਲ ਗਈ। ਰੀਡਿੰਗ ਦੇ ਵਿੱਚ ਵੀ ਤੁਹਾਨੂੰ MCQ ਨੇ ਜਿਹੜੇ ਮਲਟੀਪਲ ਚੋਇਸ ਕੁਐਸਚਨਸ ਨੇ ਉਹ ਆਉਂਦੇ ਨੇ। ਹੁਣ ਮੈਂ ਤੁਹਾਨੂੰ ਰਾਈਟਿੰਗ ਮੋਡਿਊਲ ਬਾਰੇ ਦੱਸਾਂਗੀ। ਰਾਈਟਿੰਗ ਦੇ ਵਿੱਚ ਜਿਹੜੇ ਨੇ 2 ਟਾਸਕ ਹੁੰਦੇ ਨੇ, ਟਾਸਕ 1 ਐਂਡ ਟਾਸਕ 2। ਟਾਸਕ 1 ਦੇ ਵਿੱਚ ਨੇ ਜਿਹੜੇ ਐਕੈਡੈਮਿਕਸ ਦੇ ਵਿੱਚ ਤਾਂ ਗ੍ਰੈਫਸ ਹੁੰਦੇ ਨੇ, ਜਿਹਦੇ ਵਿੱਚ ਆਪਾਂ ਗ੍ਰੈਫਸ ਨੂੰ ਆਪਣੀ ਲੈਂਗੁਏਜ ਦੇ ਵਿੱਚ ਇਲੈਬੋਰੇਟ ਕਰਨਾ ਹੁੰਦਾ। ਬਟ ਜਰਨਲ ਦੇ ਵਿੱਚ ਨੇ ਜਿਹੜਾ ਟਾਸਕ 1 ਹੁੰਦਾ ਇਹ ਇੱਕ ਲੈਟਰ ਹੁੰਦਾ। ਤੇ ਟਾਸਕ 2 ਜਰਨਲ ਤੇ ਐਕੈਡੈਮਿਕ ਦੋਨਾਂ ਦਾ ਸੇਮ ਹੁੰਦਾ। ਇਹਦੇ ਵਿੱਚ ਐਸੇ ਟਾਈਪ ਕੁਐਸਚਨਸ ਲਿਖਣਾ ਹੁੰਦਾ। ਤੇ ਰਾਈਟਿੰਗ ਦੇ ਵਿੱਚ ਪੇਪਰ ਨੂੰ ਕਰਨ ਦੇ ਲਈ 1 ਆਵਰ ਦਾ ਹੀ ਟਾਈਮ ਮਿਲਦਾ। ਟਾਸਕ 1 ਆਪਾਂ ਲਿਖਣਾ ਹੁੰਦਾ 150 ਵਰਡਸ ਦਾ, ਤੇ ਟਾਸਕ 2 ਆਪਾਂ 250 ਵਰਡਸ ਦਾ ਲਿਖਣਾ ਹੁੰਦਾ। 150 to 180 ਹੋ ਸਕਦੇ ਆ, 250 to 280 ਵੀ ਹੋ ਸਕਦੇ ਆ। ਅਗਰ ਤੁਸੀਂ ਇਸ ਤੋਂ ਵੀ ਜ਼ਿਆਦਾ ਵਰਡਸ ਲਿਖਦੇ ਹੋ ਤਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਪੈਨਲਟੀ ਪੈਂਦੀ ਆ। ਇਹਦੇ ਨਾਲ ਕੀ ਆ, ਤੁਹਾਡੇ ਬੈਂਡ ਸਕੋਰ ਨੇ ਜਿਹੜੇ ਉਹ ਡਿਡਕਟ ਵੀ ਹੋ ਸਕਦੇ ਆ। ਤਾਂ ਟਾਸਕ 1 ਦੇ ਵਿੱਚ ਕਈ ਤਰ੍ਹਾਂ ਦੇ ਗ੍ਰਾਫ ਆ ਜਾਂਦੇ ਨੇ, ਜਿਵੇਂ ਬਾਰ ਗ੍ਰਾਫ, ਐਵੇਂ ਕਰਕੇ ਲਾਈਨ ਗ੍ਰਾਫ ਆ ਜਾਂਦਾ ਇਹਦੇ ਵਿੱਚ, ਪਾਈ ਚਾਰਟ, ਟੇਬਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੁੰਦੀ ਆ, ਕੋਈ ਟੇਬਲ ਬਣਾ ਕੇ ਟੇਬਲ ਚਾਰਟ, ਪ੍ਰੋਸੈਸ ਚਾਰਟ ਆ ਜਾਂਦਾ ਇਹਦੇ ਵਿੱਚ, ਕਿਸੇ ਚੀਜ਼ ਨੂੰ ਬਣਾਉਣ ਦਾ ਪ੍ਰੋਸੈਸ, ਫਲੋ ਚਾਰਟ, ਜਿਹੜੀ ਚੀਜ਼ਾਂ ਫਲੋ ਦੇ ਵਿੱਚ ਚੱਲਦੀਆਂ ਜਿਵੇਂ ਕਾਲਜ 'ਚ ਐਡਮਿਸ਼ਨ ਲੈਣੀ ਆ, ਪਹਿਲਾਂ ਆਪਾਂ ਪ੍ਰੋਸਪੈਕਟ ਲੈਂਦੇ ਹਾਂ, ਫਿਰ ਉਹਨੂੰ ਐਡਮਿਨ ਕੋਲ ਸਬਮਿਟ ਕਰਦੇ ਹਾਂ, ਫਿਰ ਕਾਉਂਸਲਿੰਗ ਹੁੰਦੀ ਹੈ, ਫਿਰ ਆਪਾਂ ਉੱਥੇ ਸਬਜੈਕਟ ਚੂਜ਼ ਕਰਦੇ ਹਾਂ, ਫੀਸ ਸਬਮਿਟ ਕਰਦੇ ਹਾਂ, ਅਤੇ ਕਾਲਜ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਹੈ। ਅਤੇ ਐਵੇਂ ਪਿਕਚਰ ਚਾਰਟ ਹੁੰਦਾ, ਕਿਸੇ ਚੀਜ਼ ਦਾ ਸਟਰਕਚਰ ਦਿੱਤਾ ਹੁੰਦਾ ਆ
ਬਣਾ ਕੇ ਕਿ 2005 ਦੇ ਵਿੱਚ ਕਿਵੇਂ ਸੀ ਤੇ 2010 ਦੇ ਵਿੱਚ ਕੀ ਚੇਂਜਸ ਆ ਗਏ, ਇਹਨੂੰ ਐਕਸਪਲੇਨ ਕਰਨਾ ਹੁੰਦਾ ਹੈ। ਐਕੈਡੈਮਿਕਸ ਦੇ ਟਾਸਕ 1 ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ ਉਹ ਹੁੰਦੀਆਂ ਨੇ। ਜਿਹੜਾ ਟਾਸਕ 2 ਹੈ ਇਹਦੇ ਵਿੱਚ ਮੋਸਟਲੀ ਐਸੇ ਟਾਈਪ ਕੁਐਸਚਨਸ ਹੁੰਦੇ ਨੇ। ਇਹਦੇ ਵਿੱਚ ਜ਼ਿਆਦਾ ਐਗਰੀ ਡਿਸਐਗਰੀ ਕੁਐਸਚਨਸ ਹੋ ਜਾਂਦੇ ਨੇ ਜਾਂ ਪ੍ਰੋਬਲਮ ਸੋਲੂਸ਼ਨ ਵਾਲੇ ਐਸੇ ਹੋ ਜਾਂਦੇ ਨੇ, ਜਾਂ ਇਹਦੇ ਵਿੱਚ ਆ ਜਾਂਦਾ ਐਡਵਾਂਟੇजेस ਐਂਡ डिसएडवांटेजेस वाले ऐसे आ जाते हैं, ਜਾਂ ਇਹਦੇ ਵਿੱਚ ਆ ਜਾਂਦੇ ਨੇ टू what extent, do you agree और disagree, ਵੀ ਤੁਸੀਂ ਇਹਦੇ ਨਾਲ ਕਿਸ ਹੱਦ ਤੱਕ ਸਹਿਮਤ ਹੋ ਜਾਂ ਅਸਹਿਮਤ ਹੋ। ਤੇ ਕਈ ਵਾਰ ਇਹਦੇ ਵਿੱਚ ਐਸੇ ਆ ਜਾਂਦਾ ਨਾ ਪੋਜ਼ੀਟਿਵ ਤੇ ਨੈਗੇਟਿਵ ਡਿਵੈਲਪਮੈਂਟ ਨੂੰ ਲੈ ਕੇ। ਇਹਨੂੰ ਲੈ ਕੇ ਇਸ ਟਾਈਪ ਦੇ ਜਿਹੜੇ ਐਸੇ ਨੇ ਇਹ ਟਾਸਕ 2 ਦੇ ਵਿੱਚ ਆ ਜਾਂਦੇ। ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਦੇ ਬਾਰੇ ਹੋਰ ਜਾਣਕਾਰੀ ਦੇਵਾਂਗੀ ਕਿ ਟਾਸਕ 1 ਕਿਵੇਂ ਅਟੈਂਪਟ ਕਰਨਾ ਹੈ ਐਂਡ ਟਾਸਕ 2 ਕਿਵੇਂ ਅਟੈਂਪਟ ਕਰਨਾ ਹੈ। ਐਂਡ ਅਗਰ ਤੁਸੀਂ ਆਪਣੀ ਆਇਲਸ ਕੰਟੀਨਿਊ ਕਰਨੀ ਚਾਹੁੰਦੇ ਹੋ ਇਸ ਕੋਵਿਡ-19 ਦੇ ਪੀਰੀਅਡ ਦੇ ਵਿੱਚ ਤਾਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।